ਗੁਰਪੂਰਾ ਜਿਨ ਸਿਮਰਿਆ, ਗੁਰਪੂਰਾ ਜਿਨ ਗੁਰਪੂਰਾ ਜਿਨ ਸਿਮਰਿਆ, ਗੁਰਪੂਰਾ ਜਿਨ ਸਿਮਰਿਆ। सेई भये निहाल, सेई भये निहाल। सेई भये निहाल, सेई भये निहाल, सेई भये। गुरपूरा जिन सिमरिया, गुरपूरा जिन सिमरिया, गुरपूरा सिमरिया, गुरपूरा जिन। सच्चे पातशाह गरीब नवाज धन 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 सतगुरु श्री गुरु ग्रंथ साहिब महाराज गरीब नवाज साहिब जी की पवित्र पावन हाजरी विखे सतगुरु जी की प्यारी साजी नवाजी साध संगत जी अपने वड्डे भाग हैं। लम्मे समय तो आप जी ने बैठ के सतगुरु जी की अमृत बाणी का कीर्तन सरवण किया है। सत्कारयोग बाबा जी ने आप समूह संगत के दर्शन करने हैं। आओ प्यार दे नाल साधी संगत गज के फतेह बुलाओ जी। वाहिगुरु जी का खालसा, वाहिगुरु जी की फतेह। बीड़ साहब गुरुद्वारा बीड़ साहब धन धन बाबा जी बाबा बुढ़ा साहब जी के महान पवित्र अस्थान का जोड़ मेला चल रहा है। बहुत सारिया संगतां साध संगत जी वो ये सोचदियां ने भी बाबा बुढ़ा जी का इन्हां दिनां दे विच जन्मदिन हुंदा है। वैसे महापुरखां दा सदा ही जन्मदिन हुंदा है। जिवें वाहिगुरु जी साध संगत जी नित नवें ने, उवें उस वाहिगुरु जी दे नाल जुड़े हुए रब दे प्यारे संत महापुरख भी नित नवें ही हुंदे है। पर इन्हां जिहड़ा वाहिगुरु ये दिनां दे विच जिहड़ा बीड़ साहब दा मेला संगतां इकत्र हो के मनाउंदियां ने, वो साध संगत जी धन धन बाबा बुढ़ा साहब जी दे उस समय दी याद नूं मुख रख के मनाया जाता है, जिस समय साडे माता जी धन धन माता जी माता गंगा साहब जी चल के गए सन बीड़ साहब बाबा बुढ़ा साहब जी दे वास्ते प्रशादा लैके। जदों ये प्रसंग साध संगत जी इहदी कथा आउंदी है ना, इहदे विच बड़े बड़े कीमती वचन आउंदे है। श्री गुरु अर्जन देव महाराज सच्चे पातशाह जी ने माता गंगा जी नूं सिक्ख्या रूप विच वचन कहे सन। आखिया सी गंगा जी बाबा बुढ़ा साहब गुरु नानक साहब ही हैं। बचन आउंदा इतिहास विच श्री गुरप्रताप सूरज ग्रंथ विच बुढ़ा गुरु नानक सम जानो। धन धन बाबा बुढ़ा साहब जी दे विच ते श्री गुरु नानक देव साहब जी दे विच फर्क नहीं जानना, एक ही हैं। भावें कोई प्रेम नाल वाहिगुरु कह ले,
ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਕਹਿ ਲਏ ਜਾਂ ਕਹਿ ਲਏ ਧੰਨ ਧੰਨ ਬਾਬਾ ਬੁੱਢਾ ਸਾਹਿਬ ਜੀ, ਬਾਤ ਇੱਕ ਹੀ ਹੈ, ਕਿਉਂਕਿ ਇੱਕ ਰੂਪ ਹੋ ਗਏ ਬਾਬਾ ਬੁੱਢਾ ਸਾਹਿਬ ਜੀ। ਔਰ ਇਤਿਹਾਸ ਜੇ ਪੜ੍ਹੀਏ ਸਾਧ ਸੰਗਤ ਜੀ, ਤੇ ਇੱਕ ਬਾਬਾ ਬੁੱਢਾ ਸਾਹਿਬ ਜੀ ਐਸੇ ਸਿੱਖ ਹਨ ਜਿਨ੍ਹਾਂ ਨੂੰ ਗੁਰੂ ਸਾਹਿਬ ਜੀ ਨੇ ਆਪ ਸਾਹਿਬ ਸ਼ਬਦ ਵਰਤਿਆ, ਬੁੱਢਾ ਸਾਹਿਬ ਖੋਲ੍ਹੋ ਗ੍ਰੰਥ, ਲਿਹੋ ਆਵਾਜ਼ ਸੁਨੇ ਸਭ ਪੰਥ। ਬਾਬਾ ਬੁੱਢਾ ਜੀ ਨੂੰ ਸਾਹਿਬ ਸ਼ਬਦ ਜਿਹੜਾ ਹੈ ਉਹ ਸਾਧ ਸੰਗਤ ਜੀ ਸਤਿਗੁਰੂ ਜੀ ਆਪ ਆਪਣੇ ਮੁਖਾਰ ਬਿੰਦ ਤੋਂ ਉਚਾਰਨ ਕਰਦੇ। ਜਦੋਂ ਇਹ ਪ੍ਰਸੰਗ ਦੀ ਸਾਰੇ ਦੀ ਕਥਾ ਆਉਂਦੀ ਹੈ, ਬੜੇ ਕੀਮਤੀ ਬਚਨ ਆਉਂਦੇ ਹੈ, ਬੜੀ ਸ਼ਰਧਾ ਵਾਲਾ ਪ੍ਰਸੰਗ ਹੈ, ਬੜੇ ਪ੍ਰੇਮ ਵਾਲਾ ਪ੍ਰਸੰਗ ਹੈ। ਬਾਬਾ ਜੀ ਦੇ ਮੁਖੋਂ ਸਾਧ ਸੰਗਤ ਦੀ ਅਸੀਂ ਕਥਾ ਸੁਣੀ ਸੀ ਸਾਰਿਆਂ ਨੇ ਇਸ ਪ੍ਰਸੰਗ ਦੀ। ਜਦੋਂ ਮਾਤਾ ਗੰਗਾ ਜੀ ਰਾਤ ਗੁਰੂ ਕੇ ਮਹਿਲ ਬੈਠੇ ਤੇ ਮਾਤਾ ਗੰਗਾ ਜੀ ਨੂੰ ਸੇਵਾ ਕਰਨ ਦਾ ਤਰੀਕਾ ਜਿਹੜਾ ਹੈ ਉਹ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਆਪ ਸਿਖਾਉਂਦੇ ਹੈ। ਕੋਈ ਆਮ ਪੁਰਸ਼ ਸਾਧ ਸੰਗਤ ਜੀ ਬੋਲੇ, ਚਲੋ ਉਹਦੀ ਗੱਲ ਇੱਕ ਬੰਨੇ ਰੱਖ ਦਿੱਤੀ ਜਾਵੇ ਵੀ ਕੋਈ ਨਹੀਂ, ਇਹ ਆਮ ਹੀ ਹੈ। ਪਰ ਜਦੋਂ ਸੱਚੇ ਪਾਤਸ਼ਾਹ ਸਤਿਗੁਰੂ ਜੀ ਆਪ ਕੋਈ ਬਚਨ ਕਹਿ ਰਹੇ ਹੋਣ, ਸਿੱਖਿਆ ਦੇ ਰਹੇ ਹੋਣ, ਤੇ ਫਿਰ ਉਹਨਾਂ ਬਚਨਾਂ ਨੂੰ ਬੜੇ ਧਿਆਨ ਨਾਲ ਸੁਣਨਾ ਚਾਹੀਦਾ, ਵਿਚਾਰਨਾ ਚਾਹੀਦਾ ਤੇ ਯਤਨ ਕਰਨਾ ਚਾਹੀਦਾ ਵੀ ਇਸੇ ਤਰ੍ਹਾਂ ਅਸੀਂ ਵੀ ਕਰ ਸਕੀਏ। ਮਹਾਰਾਜ ਸਾਹਿਬ ਜੀ ਨੇ ਮਾਤਾ ਗੰਗਾ ਜੀ ਨੂੰ ਸਾਰੀ ਮਰਜ਼ਾਦਾ ਦੱਸੀ, ਬਾਬਾ ਬੁੱਢਾ ਜੀ ਦੇ ਕੋਲ ਜਾਣਾ ਕਿਵੇਂ ਹੈ। ਮਾਤਾ ਜੀ ਨੂੰ ਆਖਿਆ ਸੀ ਵੀ ਬਾਬਾ ਬੁੱਢਾ ਸਾਹਿਬ ਜੀ ਦੇ ਕੋਲ ਜਾਣਾ, ਸਮਝਣਾ ਗੁਰੂ ਨਾਨਕ ਸਾਹਿਬ ਜੀ ਕੋਲ ਜਾ ਰਹੇ। ਔਰ ਇਹ ਵੀ ਬਚਨ ਆਇਆ ਕਿ ਬਾਬਾ ਬੁੱਢਾ ਸਾਹਿਬ ਜੀ ਇੰਦਰੀ ਜਿੱਤ ਸਿੱਖ ਹਨ। ਇੰਦਰੀ ਜਿੱਤ ਸਿੱਖ, ਇੰਦਰੀਆਂ ਨਹੀਂ ਸਾਧ ਸੰਗਤ ਜੀ ਬੰਦੇ ਨੂੰ ਟਿਕਣ ਦਿੰਦੀਆਂ। ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਆਪ ਕਿਰਪਾ ਕੀਤੀ, ਬਾਣੀ ਵਿੱਚ ਦੱਸਿਆ ਇੰਦਰੀ ਜਿੱਤ ਸਿੱਖ ਕੌਣ ਹੈ? ਜਿਹਨੇ ਆਪਣੀ ਜ਼ੁਬਾਨ ਤੋਂ ਕਦੀ ਝੂਠ ਨਾ ਬੋਲਿਆ ਹੋਵੇ, ਮਿਥਿਆ ਨਾ ਹੀ ਰਸਨਾ ਪਰਸ, ਮਨ ਮਹਿ ਪ੍ਰੀਤ ਨਿਰੰਜਨ ਦਰਸ, ਪਰਤਰਿਆ ਰੂਪ ਨਾ ਪੇਖੈ ਨੇਤਰ, ਸਾਧ ਕੀ ਟਹਿਲ ਸੰਤ ਸੰਗ ਹੇਤ, ਕਰਨ ਨਾ ਸੁਨੈ ਕਾਹੂ ਕੀ ਨਿੰਦਾ, ਸਭ ਤੇ ਜਾਣੈ ਆਪਸ ਕੋ ਮੰਦਾ, ਗੁਰ ਪ੍ਰਸਾਦ ਵਿਖਿਆ ਪਰ ਹਰੈ, ਮਨ ਕੀ ਬਾਸਨਾ ਮਨ ਤੇ ਟਰੈ। ਫਿਰ ਜਾ ਕੇ ਗੱਲ ਬਣਦੀ, ਇੰਦਰੀ ਜਿੱਤ ਪੰਚ ਦੋਖ ਤੇ ਰਹਿਤ, ਨਾਨਕ ਕੋਟ ਮੱਧੇ ਕੋ ਐਸਾ ਅਪਰਸ। ਕਰੋੜਾਂ ਵਿੱਚੋਂ ਮਹਾਰਾਜ ਕਹਿੰਦੇ ਕੋਈ ਇੱਕ ਹੁੰਦਾ ਹੈ ਸਾਧ ਸੰਗਤ ਜੀ ਜਿਹੜਾ ਇੰਦਰੀ ਜਿੱਤ ਹੁੰਦਾ ਹੈ, ਜਿਹਨੇ ਆਪਣੀਆਂ ਅੱਖਾਂ ਸਾਧ ਲਈਆਂ ਹੋਣ, ਜਿਹਨੇ ਆਪਣੇ ਕੰਨ ਸਾਧ ਲਏ ਹੋਣ। ਮਹਾਰਾਜ ਗੁਰੂ ਅਰਜਨ ਸਾਹਿਬ ਕਿਰਪਾ ਕਰਦੇ, ਕਰਨ ਨਾ ਸੁਨੈ ਕਾਹੂ ਕੀ ਨਿੰਦਾ। ਸਾਧ ਸੰਗਤ ਜੀ ਨਾ ਚਾਹੁੰਦੇ ਹੋਏ ਵੀ ਨਾ ਬੰਦਾ ਨਿੰਦਿਆ ਸੁਣ ਲੈਂਦਾ ਜੀ, ਕਿਸੇ ਨਾ ਕਿਸੇ ਦੀ ਸੁਣੀ ਜਾਂਦੀ ਹੈ। ਪਰ ਮਹਾਰਾਜ ਕਹਿੰਦੇ ਜਿਹੜੇ ਇੰਦਰੀ ਜਿੱਤ ਹੁੰਦੇ ਆ ਉਹ ਕੰਨਾਂ ਤੋਂ ਕਿਸੇ ਦੀ ਨਿੰਦਿਆ ਨਹੀਂ ਸੁਣਦੇ। ਤੇ ਇੱਕ ਗੁਰਮੁਖ ਕਹਿ ਰਹੇ ਸੀ, ਉਹ ਕਹਿਣ ਲੱਗੇ ਜਿਹੜੇ ਗੁਰਮੁਖ ਹੁੰਦੇ ਆ ਨਾ, ਉਹਨਾਂ ਦੇ ਲਾਗੇ ਕੋਈ ਜਦੋਂ ਕਿਸੇ ਦੀ ਨਿੰਦਿਆ ਕਰਨ ਵੀ ਲੱਗ ਪਏ, ਉਹ ਉਹਨੂੰ ਬੋਲਣ ਦਿੰਦੇ ਆ ਵੀ ਬੋਲੀ ਚੱਲ। ਆਪ ਅੰਦਰੋਂ ਅੰਦਰ ਪਰਮੇਸ਼ਰ ਦਾ ਨਾਮ ਜਪੀ ਜਾਂਦੇ ਆ, ਉਹੋ ਹੀ ਸੁਣੀ ਜਾਂਦੇ ਆ, ਉਹਨਾਂ ਉੱਤੇ ਇਸ ਚੀਜ਼ ਦਾ ਅਸਰ ਹੀ ਕੋਈ ਨਹੀਂ ਹੁੰਦਾ। ਸਾਡੇ ਤੇ ਅਸਰ ਹੁੰਦਾ, ਅਸੀਂ ਜੋ ਕੰਨਾਂ ਤੋਂ ਸੁਣਦੇ ਆ। ਸਾਧ ਸੰਗਤ ਜੀ ਬਾਹਰ ਦਾ ਕੂੜ ਕਬਾੜ ਜਦੋਂ ਕੋਈ ਬੰਦਾ ਕੰਨਾਂ ਤੋਂ ਸੁਣ ਲੈਂਦਾ, ਉਹਦੇ ਮਨ ਤੇ ਅਸਰ ਪੈਂਦਾ, ਗੁਰਮੁਖਾਂ ਦੇ ਨਹੀਂ ਪੈਂਦਾ। ਕਰਨ ਨਾ ਸੁਣੈ ਕਾਹੂ ਕੀ ਨਿੰਦਾ, ਸਭ ਤੇ ਜਾਣੈ ਆਪਸ ਕੋ ਮੰਦਾ, ਗੁਰ ਪ੍ਰਸਾਦ ਵਿਖਿਆ ਪਰ ਹਰੈ, ਮਨ ਕੀ ਬਾਸਨਾ ਮਨ ਤੇ ਟਰੈ, ਇੰਦਰੀ ਜਿੱਤ ਪੰਚ ਦੋਖ ਤੇ ਰਹਿਤ, ਨਾਨਕ ਕੋਟ ਮੱਧੇ ਕੋ ਐਸਾ ਅਪਰਸ। ਜਿਹਨੇ ਅੱਖਾਂ ਸਾਧ ਲਈਆਂ ਨੇ, ਜਿਹਨੇ ਕੰਨ ਸਾਧ ਲਏ ਹੈ, ਜਿਹਨੇ ਆਪਣੀ ਜੀਭ ਸਾਧ ਲਈ ਹੈ। ਹੁਣੇ ਆਪ ਜੀ ਸ਼ਬਦ ਸਰਵਣ ਕਰ ਰਹੇ ਸੀਗੇ, ਨਾਮ ਕਹਿਤ ਗੋਬਿੰਦ ਕਾ ਸੂਚੀ ਭਈ ਰਸਨਾ।
ਜੀਭ ਨਹੀਂ ਸੁੱਚੀ ਹੁੰਦੀ, ਇਹ ਝੂਠੀ ਰਹਿੰਦੀ ਹੈ। ਤੁਸੀਂ ਕਿਸੇ ਵੇਲੇ ਵੀ ਜੀਭ ਨੂੰ ਹੱਥ ਲਾ ਲਓ, ਮੁੜ ਬਾਣੀ ਪੜ੍ਹਨੀ ਹੋਵੇ, ਪੋਥੀ ਸਾਹਿਬ ਪਕੜਨੀ ਹੋਵੇ ਹੱਥ ਵਿੱਚ, ਤੇ ਸਾਧ ਸੰਗਤ ਦੀ ਹੱਥ ਧੋਣੇ ਪੈਣਗੇ, ਕਿਉਂਕਿ ਜੀਭ ਜਿਹੜੀ ਹੈ ਝੂਠੀ ਮੰਨੀ ਜਾਂਦੀ ਹੈ। ਪਰ ਮਹਾਂਪੁਰਖਾਂ ਦੀ ਜੀਭ ਵੀ ਸੁੱਚੀ ਹੁੰਦੀ ਹੈ, ਸੁੱਚੀ ਹੁੰਦੀ ਹੈ। ਕਿਉਂ ਸੁੱਚੀ ਹੁੰਦੀ ਹੈ? ਕਿਉਂਕਿ ਸਾਧ ਸੰਗਤ ਜੀ ਉਹਨਾਂ ਨੇ ਆਪਣੀ ਜੀਭ ਤੋਂ ਵਾਹਿਗੁਰੂ ਜੀ ਦਾ ਨਾਮ ਜਪਿਆ ਹੁੰਦਾ। ਇਸੇ ਕਰਕੇ ਮਹਾਰਾਜ ਕਹਿੰਦੇ ਨਾ, ਪ੍ਰਭ ਜੀ ਬਸਹਿ ਸਾਧ ਕੀ ਰਸਨਾ। ਉਹ ਝੂਠੀ ਜੀਭ ਤੇ ਥੋੜੀ ਵਸ ਜਾਏਗਾ, ਉਹ ਸਾਧ ਸੰਗਤ ਦੀ ਸੁੱਚੀ ਰਸਨਾ ਤੇ ਵਸਦਾ ਹੈ ਵਾਹਿਗੁਰੂ। ਜਿਹਨੇ ਆਪਣੀ ਜੀਭ ਵੀ ਸਾਧ ਲਈ ਹੈ, 9 ਦੁਆਰੇ ਸਾਧ ਸਾਧ ਸਧਾਇਆ, 9 ਦੁਆਰੇ ਸਾਧ ਲਿਆ, ਉਹ ਸਾਧੂ ਹੈ। ਮਹਾਰਾਜ ਸੱਚੇ ਪਾਤਸ਼ਾਹ ਗੁਰੂ ਅਰਜਨ ਸਾਹਿਬ ਜੀ ਬਾਬਾ ਬੁੱਢਾ ਸਾਹਿਬ ਜੀ ਦੀ ਉਸਤਤ ਕਰਦੇ ਹੈ। ਮਹਾਰਾਜ ਕਹਿੰਦੇ, ਗੰਗਾ ਜੀ ਬਾਬਾ ਬੁੱਢਾ ਜੀ ਇੰਦਰੀ ਜਿੱਤ ਸਿੱਖ ਹਨ। ਜਿੱਥੇ ਇੰਦਰੀ ਜਿੱਤ ਸਿੱਖ ਨੇ, ਗੁਰੂ ਨਾਨਕ ਸਾਹਿਬ ਜੀ ਦਾ ਰੂਪ ਨੇ, ਉੱਥੇ ਪੋਥੀ ਸਾਹਿਬ 'ਚ ਬਚਨ ਆਇਆ। ਮਹਾਰਾਜ ਗੁਰੂ ਨਾਨਕ ਵਾਹਿਗੁਰੂ ਗੁਰੂ ਅਰਜਨ ਸਾਹਿਬ ਕਹਿੰਦੇ ਆ, ਜੱਟ ਹਨ ਜੱਟ ਸਿੱਖ। ਤੇ ਇਹਨਾਂ ਵਾਸਤੇ ਪ੍ਰਸ਼ਾਦਾ ਤਿਆਰ ਕਰਨਾ ਤਾਂ ਉਹ ਵੀ ਮਰਜ਼ਾਦਾ ਵਾਲਾ। ਤੇ ਪੋਥੀ ਸਾਹਿਬ 'ਚ ਕਥਾ ਆਈ ਸੀਗੀ, ਸੁਣੀ ਆਪਾਂ ਸਾਰਿਆਂ ਨੇ ਬਾਬਾ ਜੀ ਦੇ ਕੋਲੋਂ। ਅੱਧਾ ਆਟਾ ਛੋਲਿਆਂ ਦਾ, ਅੱਧਾ ਆਟਾ ਕਣਕ ਦਾ, ਇਹ ਰਲਾਉਣਾ ਹੈ। ਮੋਟ ਰੋਟ ਕਾ ਲਵਣ ਬਹੀਣਾ, ਮੋਟੇ ਮੋਟੇ ਪ੍ਰਸ਼ਾਦੇ ਤਿਆਰ ਕਰਨੇ ਹੈ, ਮਿੱਸੇ ਪ੍ਰਸ਼ਾਦੇ ਤਿਆਰ ਕਰਨੇ ਹੈ। ਜਿਸ ਬਰਤਨ ਵਿੱਚ ਲੱਸੀ ਲੈ ਕੇ ਜਾਣੀ ਹੈ, ਉਹ ਬਰਤਨ ਕੈਸਾ ਕਰਨਾ ਹੈ? ਉਹਨੂੰ ਪਹਿਲਾਂ ਹੀ ਧੂਫ ਦੇਣੀ ਹੈ, ਉਹਨੂੰ ਸੁੱਚਾ ਪਵਿੱਤਰ ਕਰਨਾ ਹੈ। ਫਿਰ ਕਿਸੇ ਦਾਸੀ ਨੂੰ ਨਾਲ ਨਹੀਂ ਲਾਉਣਾ। ਸਾਰੀ ਮਰਜ਼ਾਦਾ ਵਾਹਿਗੁਰੂ, ਸਾਰਾ ਕਾਰਜ ਆਪ ਮਰਜ਼ਾਦਾ ਦੇ ਨਾਲ ਕਰਨਾ ਹੈ। ਤੇ ਗੁਰਮੁਖ ਪਿਆਰੇ ਦੱਸਦੇ, ਕਹਿੰਦੇ ਇੱਧਰ ਰਾਤ ਗੁਰੂ ਅਰਜਨ ਸਾਹਿਬ ਮਹਾਰਾਜ ਮਾਤਾ ਜੀ ਨੂੰ ਸਮਝਾ ਰਹੇ ਹੈ, ਸਿੱਖਿਆ ਦੇ ਰਹੇ ਹੈ ਕਿਵੇਂ ਸੇਵਾ ਕਰਨੀ ਹੈ। ਹਿਰਦੇ 'ਚ ਪ੍ਰੇਮ ਰੱਖਣਾ ਹੈ, ਆਪ ਕੇਸੀ ਇਸ਼ਨਾਨ ਕਰਕੇ ਸੁੱਚਤਾ ਦੇ ਨਾਲ ਸਾਰਾ ਕਾਰਜ ਕਰਨਾ ਹੈ। ਇੱਧਰ ਮਹਾਰਾਜ ਸੱਚੇ ਪਾਤਸ਼ਾਹ ਸਮਝਾ ਰਹੇ ਹੈ, ਉਧਰ ਬਾਬਾ ਬੁੱਢਾ ਸਾਹਿਬ ਜੀ ਰਾਤ ਨੂੰ ਪ੍ਰਸ਼ਾਦਾ ਹੀ ਨਹੀਂ ਛਕਦੇ, ਕਿਉਂਕਿ ਉਹਨਾਂ ਨੂੰ ਪਤਾ ਹੈ ਕਿ ਕੱਲ੍ਹ ਨੂੰ ਮਾਤਾ ਨੇ ਲੈ ਕੇ ਆਉਣਾ ਹੈ। ਜਿੰਨੀ ਵਾਰੀ ਹੋ ਸਕੇ ਨਾ ਇਹ ਬਚਨ ਸੁਣਿਆ ਕਰੀਏ, ਸੇਵਾ ਕਰਨ ਦਾ ਚਾਅ ਬਣਿਆ ਰਹਿੰਦਾ। ਕਿਵੇਂ ਸੇਵਾ ਕਰਨੀ ਹੈ? ਅੰਮ੍ਰਿਤ ਵੇਲੇ ਮਾਤਾ ਗੰਗਾ ਜੀ ਉੱਠੇ, ਸ੍ਰੀ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਜਿਵੇਂ ਕਿਰਪਾ ਕੀਤੀ, ਸਿੱਖਿਆ ਦਿੱਤੇ, ਬਚਨ ਸੁਣਾਏ ਸਾਧ ਸੰਗਤ ਜੀ, ਉਵੇਂ ਹੀ ਫਿਰ ਮਾਤਾ ਗੰਗਾ ਜੀ ਨੇ ਭਾਵਨਾ ਰੱਖ ਕੇ ਸਾਰਾ ਕਾਰਜ ਕੀਤਾ। ਕਿਸੇ ਦਾਸੀ ਨੂੰ ਲਾਗੇ ਨਹੀਂ ਲੱਗਣ ਦਿੱਤਾ, ਸਾਰੀ ਹੱਥੀਂ ਸੇਵਾ ਕੀਤੀ। ਹੱਥੀਂ ਸੇਵਾ ਦਾ ਬੜਾ ਮਹੱਤਵ ਹੈ ਸਾਧ ਸੰਗਤ ਜੀ। ਸਾਰੀ ਸੇਵਾ ਹੱਥੀਂ ਕੀਤੀ ਤੇ ਚਰਨਾਂ ਵਿੱਚ ਮਾਤਾ ਜੀ ਨੇ ਜੋੜੇ ਵੀ ਨਹੀਂ ਪਹਿਨੇ। ਗੁਰੂ ਕੇ ਮਹਿਲ ਤੋਂ ਧੰਨ ਮਾਤਾ ਜੀ ਮਾਤਾ ਗੰਗਾ ਜੀ ਬੀੜ ਸਾਹਿਬ ਤੱਕ ਸਾਧ ਸੰਗਤ ਜੀ ਨੰਗੇ ਚਰਨ ਗਏ ਹਨ। ਤੇ 19 ਕੁ ਕੋਹ ਦਾ ਸਫ਼ਰ ਗੁਰਮੁਖ ਪਿਆਰੇ ਦੱਸਦੇ, ਕਹਿੰਦੇ 19 ਕੁ ਕੋਹ ਦਾ ਸਫ਼ਰ ਉਸ ਸਮੇਂ ਬਣਦਾ ਸੀਗਾ। ਇੱਕ ਫਿਰ ਨਾਲ ਦਾਸੀ ਲਈ ਆ ਜਦੋਂ ਜਾਣ ਲੱਗੇ, ਤੇ ਮਾਤਾ ਜੀ ਬਾਣੀ ਪੜ੍ਹਦਿਆਂ ਪਰਮੇਸ਼ਰ ਦਾ ਨਾਮ ਜਪਦਿਆਂ ਨੰਗੇ ਚਰਨ ਤੁਰਦੇ ਜਾਂਦੇ ਆ, ਜੋੜਾ ਵੀ ਨਹੀਂ ਪਾਇਆ। ਤੇ ਪ੍ਰਸ਼ਾਦੇ ਸਾਧ ਸੰਗਤ ਜੀ ਆਪਣੇ ਸੀਸ ਤੇ ਸਜਾਏ ਆ, ਤੇ ਨਾਲ ਇੱਕ ਦਾਸੀ ਲਈ ਹੈ ਜਾਣ ਲੱਗਿਆ। ਤੇ ਫਿਰ ਜਦੋਂ ਪਹੁੰਚੇ ਆ ਤੇ ਧੰਨ ਧੰਨ ਬਾਬਾ ਬੁੱਢਾ ਸਾਹਿਬ ਜੀ ਪਹਿਲਾਂ ਹੀ ਰਸਤੇ 'ਚ ਖਲੋਤੇ ਸਨ ਅੱਗੇ ਹੋ ਕੇ। ਤੇ ਮਾਤਾ ਜੀ ਦੇ ਸੀਸ ਤੋਂ ਪ੍ਰਸ਼ਾਦੇ ਲਾਉਂਦਿਆਂ ਨਾ ਬਚਨ ਕੀਤਾ, ਕਹਿੰਦੇ ਮਾਂ ਨੂੰ ਹੀ ਪਤਾ ਹੁੰਦਾ ਵੀ ਪੁੱਤ ਨੂੰ ਭੁੱਖ ਲੱਗੀ ਹੈ। ਵੇਖੋ ਰਿਸ਼ਤਾ। ਬਾਬਾ ਬੁੱਢਾ ਸਾਹਿਬ ਜੀ ਦੀ ਉਮਰ
90 ਸਾਲ ਤੋਂ ਉੱਤੇ ਦੀ ਹੈ। ਉਸ ਸਮੇਂ ਦੀ 92 ਕੁ ਸਾਲ ਉਮਰ ਬਣਦੀ ਹੈ ਉਸ ਸਮੇਂ। ਅਤੇ ਮਾਤਾ ਜੀ ਦੀ ਜਿਹੜੀ ਉਮਰ ਹੈ ਉਹ ਸਾਧ ਸੰਗਤ ਜੀ 30 ਸਾਲ ਤੋਂ ਥੋੜ੍ਹੀ ਉੱਤੇ ਹੋਏਗੀ। ਅਤੇ ਵੇਖੋ ਬਾਬਾ ਬੁੱਢਾ ਸਾਹਿਬ ਕਿੰਨੀ ਨਿਮਰਤਾ, ਬ੍ਰਹਮ ਗਿਆਨੀ ਊਚ ਤੇ ਉੱਚਾ, ਮਨ ਆਪਣੇ ਹੈ ਸਭ ਤੇ ਨੀਚਾ। ਬਾਬਾ ਜੀ ਕਹਿਣ ਲੱਗੇ ਮਾਂ ਨੂੰ ਹੀ ਪਤਾ ਹੁੰਦਾ ਵੀ ਪੁੱਤ ਨੂੰ ਭੁੱਖ ਲੱਗੀ ਹੈ, ਅਤੇ ਨਾਲੇ ਨਾਲੇ ਪ੍ਰਸ਼ਾਦਾ ਛਕਣ, ਨਾਲ ਛਕਣ ਪ੍ਰਸ਼ਾਦਾ, ਅਤੇ ਨਾਲ ਵਰ ਵਾਲੇ ਬਚਨ ਬਾਬਾ ਬੁੱਢਾ ਸਾਹਿਬ ਜੀ ਕਰਦੇ ਆ। ਅਤੇ ਇਹ ਹੁਣ ਵੀ ਸਾਧ ਸੰਗਤ ਦੀ ਕਿਰਪਾ ਵਰਤਦੀ ਹੈ। ਜੇ ਕੋਈ ਭਾਵਨਾ ਦੇ ਨਾਲ ਜਾਵੇ, ਬਾਬਾ ਬੁੱਢਾ ਸਾਹਿਬ ਜੀ ਦੀ ਬੜੀ ਵੱਡੀ ਮਹਿਮਾ, ਬੜੀ ਵੱਡੀ ਮਹਿਮਾ। ਇੱਕ ਬਚਨ ਆਪ ਜੀ ਨਾਲ ਸਾਂਝਾ ਕਰਕੇ ਖਿਮਾ ਮੰਗਾਂਗਾ। ਜਿੱਥੇ ਕਥਾ ਕਰਦਾ ਹੈ ਨਾ ਰੋਜ਼ ਸ਼ਾਮ ਨੂੰ, ਉੱਥੋਂ ਦੇ ਜਿਹੜੇ ਸਾਡੇ ਗੁਰਦੁਆਰਾ ਸਾਹਿਬ ਦੇ ਮੁੱਖ ਸੇਵਾਦਾਰ ਨੇ, ਉਹ ਦਫ਼ਤਰ 'ਚ ਕੰਮ ਕਰਦੇ। ਉਹਨਾਂ ਦੇ ਦਫ਼ਤਰ 'ਚ ਇੱਕ ਮੋਨਾ ਬੰਦਾ ਕੰਮ ਕਰਦਾ, ਅਤੇ ਉਹਦੇ ਘਰ ਕੋਈ ਸੰਤਾਨ ਨਹੀਂ ਸੀ। ਅਤੇ ਉਹਨਾਂ ਨੇ ਉਹ ਮੋਨੇ ਨੂੰ, ਹਿੰਦੂ ਨੂੰ ਬੜੀ ਵਾਰੀ ਆਖਣਾ ਵੀ ਤੁਸੀਂ ਬਾਬਾ ਬੁੱਢਾ ਸਾਹਿਬ ਜੀ ਦੇ ਅਸਥਾਨ 'ਤੇ ਜਾਓ ਬੀੜ ਸਾਹਿਬ। ਉਹਨੇ ਆਲਾ ਟਾਲਾ ਜਾਂ ਘਰ ਛੱਡਣਾ, ਨਹੀਂ ਜਾਣਾ। ਉਹਨੇ ਕਦੀ ਆਪਣੀ ਘਰਵਾਲੀ ਦੇ ਨਾਲ ਵੀ ਇਹ ਗੱਲ ਨਹੀਂ ਸੀ ਕੀਤੀ ਵੀ ਸਾਡੇ ਦਫ਼ਤਰ ਵਿੱਚ ਇੰਝ ਕੋਈ ਗੁਰਮੁਖ ਹੈ ਅਤੇ ਉਹ ਮੈਨੂੰ ਬਾਰ-ਬਾਰ ਬੀੜ ਸਾਹਿਬ ਜਾਣ ਲਈ ਕਹਿੰਦਾ। ਉਹਨੇ ਕਦੀ ਇਹ ਗੱਲ ਆਪਣੀ ਪਤਨੀ ਨੂੰ ਨਹੀਂ ਸੀ ਦੱਸੀ। ਅਤੇ ਸਾਲ ਹੋ ਗਿਆ ਸੀ ਕਹਿੰਦਿਆਂ ਨੂੰ ਵੀ ਜਾਓ ਜਾਓ ਬੀੜ ਸਾਹਿਬ। ਉਹ ਨਹੀਂ ਸੀ ਜਾਂਦਾ। ਕਈ ਬੰਦੇ ਕੱਟੜ ਹੁੰਦੇ ਆ, ਅਤੇ ਜਿਹਦੇ 'ਤੇ ਕਿਰਪਾ ਹੋਣੀ ਹੈ, ਉਹਦੀ ਘਰਵਾਲੀ ਨੂੰ ਸਾਧ ਸੰਗਤ ਜੀ ਸੁਪਨਾ ਆਇਆ। ਸੁਪਨੇ 'ਚ ਕੀ ਹੈ? ਉਹੋ ਹੀ ਗੁਰਦੁਆਰਾ ਸਾਹਿਬ ਦੇ ਮੁੱਖ ਸੇਵਾਦਾਰ ਪ੍ਰਧਾਨ ਜੀ ਉਹਦੇ ਸੁਪਨੇ 'ਚ ਆਏ ਆ, ਅਤੇ ਉਹਦੇ ਘਰ ਵਾਲੇ ਨੂੰ ਕਹਿ ਰਹੇ ਆ ਵੀ ਬੀੜ ਸਾਹਿਬ ਜਾਓ। ਸਵੇਰੇ ਉੱਠ ਕੇ ਉਹਨੇ ਆਪਣੇ ਪਤੀ ਨਾਲ ਗੱਲ ਕੀਤੀ ਜੀ ਵੀ ਤੁਹਾਡੇ ਦਫ਼ਤਰ 'ਚ ਉਹ ਜਿਹੜੇ ਸਰਦਾਰ ਜੀ ਆ ਨਾ ਕੰਮ ਕਰਦੇ ਤੁਹਾਡੇ ਨਾਲ, ਸੁਪਨਾ ਆਇਆ ਸੀ ਅਤੇ ਉਹ ਸੁਪਨੇ 'ਚ ਕਹਿ ਰਹੇ ਸੀ ਵੀ ਬੀੜ ਸਾਹਿਬ ਜਾਓ। ਫਿਰ ਉਸ ਤਰਕੀ ਬੰਦੇ ਦੀ ਸ਼ਰਧਾ ਵੱਜ ਗਈ ਕਿ ਮੈਂ ਤੈਨੂੰ ਕਦੀ ਨਹੀਂ ਦੱਸਿਆ। ਉਹ ਮੈਨੂੰ ਕਹਿੰਦੇ ਸਾਲ ਹੋ ਗਿਆ, ਮੈਨੂੰ ਕਹਿ ਰਹੇ ਆ। ਉਹ ਪਰਮੇਸ਼ਰ ਨੇ ਕੋਈ ਕਿਰਪਾ ਕਰਨੀ ਹੈ ਤਾਂ ਇਹਦੇ ਸੁਪਨੇ 'ਚ ਉਹ ਆਏ ਔਰ ਮੈਨੂੰ ਹੀ ਕਹਿ ਰਹੇ ਆ। ਉਹ ਤਿਆਰ ਹੋਇਆ ਅਤੇ ਸਾਧ ਸੰਗਤ ਜੀ ਪ੍ਰਸ਼ਾਦੇ ਤਿਆਰ ਕੀਤੇ ਬੀਬੀ ਨੇ। ਅਤੇ ਉਹਨਾਂ ਦਿਨਾਂ ਵਿੱਚ ਸਕੂਟਰ ਜ਼ਿਆਦਾ ਚੱਲਦੇ ਸਨ। ਅੱਜ ਤੋਂ ਇਹ ਮੈਨੂੰ ਪ੍ਰਧਾਨ ਜੀ ਹੋਣਾ ਗੱਲ ਸੁਣਾਈ 30 ਸਾਲ ਤੋਂ ਪੁਰਾਣੀ ਗੱਲ ਹੈ। ਜਦੋਂ ਗੁਰਦੁਆਰਾ ਸੰਨ ਸਾਹਿਬ ਲਾਗੇ ਆਏ ਆ ਅਤੇ ਉੱਥੇ ਸਾਧ ਸੰਗਤ ਜੀ ਉਹ ਸਕੂਟਰ ਜਿਹੜਾ ਪੈਂਚਰ ਹੋ ਗਿਆ। ਉਹ ਬੀਬੀ ਬੜੀ ਪਰੇਸ਼ਾਨ ਵੀ ਮਸਾਂ ਮੌਕਾ ਬਣਿਆ, ਰੁਕਾਵਟਾਂ ਪੈ ਰਹੀਆਂ ਨੇ, ਰੁਕਾਵਟਾਂ ਪਈ ਜਾਂਦੀਆਂ। ਕਈ ਵਾਰ ਕਿਸੇ ਕੰਮ ਨੂੰ ਕਰਨ ਵਿੱਚ ਸਾਡੇ ਕਰਮਾਂ ਦੇ ਬਸ ਰੁਕਾਵਟਾਂ ਪੈਂਦੀਆਂ ਨੇ, ਪਰ ਜੇ ਬੰਦਾ ਲੱਗਾ ਰਹੇ ਮਿਹਰ ਹੋ ਜਾਂਦੀ ਹੈ, ਮਹਾਰਾਜ ਕਿਰਪਾ ਕਰ ਦਿੰਦੇ ਆ। ਉਹ ਸਾਧ ਸੰਗਤ ਜੀ ਉਹ ਬੀਬੀ ਨੇ ਆਖਿਆ ਵੀ ਮੈਂ ਹੱਠ ਨਹੀਂ ਛੱਡਣਾ, ਜਾਣਾ ਹੀ ਜਾਣਾ ਬੀੜ ਸਾਹਿਬ। ਅਤੇ ਸੰਨ ਸਾਹਿਬ ਤੋਂ ਫਿਰ ਉਹ ਪੈਦਲ ਹੀ ਹੋ ਪਈ, ਤੁਰ ਪਈ ਅਤੇ ਬੀੜ ਸਾਹਿਬ ਜਾ ਕੇ ਅਰਦਾਸ ਕਰਾਈ। ਧੰਨ ਧੰਨ ਬਾਬਾ ਬੁੱਢਾ ਸਾਹਿਬ ਜੀ ਦੀ ਐਸੀ ਕਿਰਪਾ ਹੋਈ, ਐਸੀ ਕਿਰਪਾ ਹੋਈ, 2 ਪੁੱਤਰ ਇਕੱਠੇ ਹੀ ਉਹਦੇ ਘਰ ਪੈਦਾ ਹੋਏ ਜੀ। ਕਿੱਥੇ ਇੱਕ ਨਹੀਂ ਸੀ, ਉਹ 2 ਹੋ ਗਏ ਉੱਥੇ। ਗੱਜ ਕੇ ਆਖੋ ਸਤਿਨਾਮ, 2 ਹੋ ਗਏ। ਉਹ ਕਿਰਪਾ ਹੁਣ ਵੀ ਵਰਤਦੀ ਹੈ। ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਜਿਹੜਾ ਅਸਥਾਨ ਹੈ, ਜਿੱਥੇ ਜਿਹੜਾ ਬਚਨ ਸਤਿਗੁਰੂ ਜੀ ਨੇ ਕੀਤਾ, ਜਿਉਂ ਦੀ ਤਿਉਂ ਸਾਧ ਸੰਗਤ ਜੀ ਹੁਣ ਤੱਕ ਉਹ ਬਚਨ ਉਵੇਂ ਹੀ ਵਰਤ ਰਹੇ ਹੈ। ਅਤੇ ਸਤਿਗੁਰੂ ਜੀ ਦੀ ਕਿਰਪਾ ਕੋਈ ਕੁਝ ਸਾਲ ਸਦੀਆਂ ਵਾਸਤੇ ਨਹੀਂ ਹੁੰਦੀ। ਸੱਚੇ ਪਾਤਸ਼ਾਹ ਜੀ ਦੀ ਕਿਰਪਾ ਸਦਾ ਵਾਸਤੇ ਹੁੰਦੀ ਹੈ, ਸਦਾ ਵਾਸਤੇ ਹੁੰਦੀ ਹੈ। ਸੋ ਮਹਾਰਾਜ ਸੱਚੇ ਪਾਤਸ਼ਾਹ ਗਰੀਬ ਨਵਾਜ ਧੰਨ ਗੁਰੂ ਨਾਨਕ ਸਾਹਿਬ ਜੀ ਦੇ
ਅਨੰਨ ਸਿੱਖ ਪਿਆਰੇ ਧੰਨ ਧੰਨ ਬਾਬਾ ਜੀ, ਬਾਬਾ ਬੁੱਢਾ ਸਾਹਿਬ ਜੀ ਨੇ ਇੰਨੀ ਸੇਵਾ ਕੀਤੀ। ਪੂਰਬਲਾ ਹੀ ਸੀ ਸਾਧ ਸੰਗਤ ਜੀ ਬਾਬਾ ਬੁੱਢਾ ਸਾਹਿਬ ਜੀ ਦਾ ਕੋਈ ਸੰਬੰਧ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਨਾਲ ਕਈ ਜਨਮਾਂ ਦੀ ਬੰਦਗੀ। ਧੰਨ ਗੁਰੂ ਨਾਨਕ ਸਾਹਿਬ ਜੀ ਦਾ ਰੂਪ ਹੀ ਬਣ ਗਏ ਬਾਬਾ ਬੁੱਢਾ ਸਾਹਿਬ ਜੀ। ਤੇ 2 ਵਾਰ ਧੰਨ ਧੰਨ ਤੇ ਬਾਬਾ ਜੀ ਦੇ ਹਰ ਅਸਥਾਨ ਤੇ ਜਿੱਥੇ ਜਿੱਥੇ ਤੁਸੀਂ ਜਾਓਗੇ ਨਾ, ਤੇ ਗੁਰਦੁਆਰਾ ਸਾਹਿਬ ਦੇ ਉੱਪਰ 2 ਵਾਰ ਧੰਨ ਧੰਨ ਲਿਖਿਆ ਹੀ ਤੁਹਾਨੂੰ ਮਿਲੇਗਾ। ਧੰਨ ਧੰਨ ਬਾਬਾ ਬੁੱਢਾ ਸਾਹਿਬ ਜੀ, ਧੰਨ ਧੰਨ ਬਾਬਾ ਬੁੱਢਾ ਸਾਹਿਬ ਜੀ, ਧੰਨ ਧੰਨ ਬਾਬਾ ਬੁੱਢਾ ਸਾਹਿਬ। ਭਾਵ ਆਮ ਬੰਦੇ ਦਾ ਨਾਮ ਹੁੰਦਾ ਤੇ ਧੰਨ ਧੰਨ ਬਾਬਾ ਬੁੱਢਾ ਸਾਹਿਬ ਜੀ ਦੇ ਨਾਮ ਵਿੱਚ ਧੰਨ ਧੰਨ ਵੀ ਉਹਨਾਂ ਦਾ ਨਾਮ ਹੀ ਬਣ ਗਿਆ ਬਾਬਾ ਜੀ ਦਾ। ਧੰਨ ਧੰਨ ਜਿਹੜਾ ਸ਼ਬਦ ਹੈ ਨਾ, ਇਹ ਵੀ ਸਮਝੋ ਬਾਬਾ ਜੀ ਦਾ ਨਾਮ ਹੀ ਬਣ ਗਿਆ। ਇੰਨਾ ਸੇਵਾ ਜਪ ਤਪ ਧੰਨ ਧੰਨ ਬਾਬਾ ਬੁੱਢਾ ਸਾਹਿਬ ਜੀ ਨੇ ਕੀਤੀ। ਮਹਾਰਾਜ ਬਾਣੀ 'ਚ ਕਿਰਪਾ ਕਰਦੇ ਆ। ਪਰਮੇਸ਼ਰ ਜੀ ਬਹੁਤ ਵੱਡੇ ਆ, ਪਰਮੇਸ਼ਰ ਜੀ ਦੇ ਪਿਆਰੇ ਵੀ ਬੜੇ ਵੱਡੇ ਆ। ਜਿਹੜਾ ਪਰਮੇਸ਼ਰ ਦੇ ਪਿਆਰਿਆਂ ਦੇ ਦਰਸ਼ਨ ਕਰ ਲਏ ਨਾ ਸਾਧ ਸੰਗਤ ਜੀ, ਉਹਦੇ ਪਾਪ ਦੂਰ ਹੋ ਜਾਂਦੇ ਆ। ਕੋਈ ਛੋਟੀ ਗੱਲ ਨਹੀਂ ਹੈ, ਉਹਦੇ ਪਾਪ ਦੂਰ ਹੋ ਜਾਂਦੇ ਆ। ਪਾਪ ਕਰਕੇ ਅਸੀਂ ਭੁੱਲ ਜਾਵਾਂਗੇ ਪਰ ਇਹ ਖਹਿੜਾ ਨਹੀਂ ਛੱਡਦੇ, ਕਿਤੇ ਨਾ ਕਿਤੇ ਸਟੋਰ ਹੋਏ ਰਹਿੰਦੇ, ਜਮ੍ਹਾਂ ਹੋਏ ਰਹਿੰਦੇ। ਪਰ ਜਦੋਂ ਕੋਈ ਪਰਮੇਸ਼ਰ ਦੇ ਪਿਆਰਿਆਂ ਦੇ ਦਰਸ਼ਨ ਕਰਦਾ ਤੇ ਫਿਰ ਪਰਮੇਸ਼ਰ ਦੇ ਪਿਆਰਿਆਂ ਦੇ ਦਰਸ਼ਨਾਂ ਦਾ ਪ੍ਰਤਾਪ ਹੈ, ਉਹ ਜਿਹੜੇ ਸਾਰੇ ਲੁਕੇ ਛਿਪੇ ਪਾਪ ਵੀ ਹੁੰਦੇ ਆ ਨਾ, ਉਹ ਵੀ ਦੂਰ ਹੋ ਜਾਂਦੇ ਆ। ਸੋ ਮਹਾਰਾਜ ਸੱਚੇ ਪਾਤਸ਼ਾਹ ਕਿਰਪਾ ਕਰਨ, ਬਖਸ਼ਿਸ਼ ਕਰਨ। ਗੁਰੂ ਸਾਹਿਬ ਜੀ ਦੀ ਵੱਡੀ ਮਹਿਮਾ ਸਾਡੇ ਹਿਰਦੇ ਵਿੱਚ ਵਸ ਜਾਵੇ। ਸੱਚੇ ਪਾਤਸ਼ਾਹ ਐਸੀ ਕਿਰਪਾ ਕਰਨ। ਅਤੀ ਸਤਿਕਾਰਯੋਗ ਬਾਬਾ ਜੀ ਨੇ ਆਪ ਜੀ ਨੂੰ ਗੁਰਬਾਣੀ ਜੀ ਦਾ ਕੀਰਤਨ ਸਰਵਣ ਕਰਾਵਣਾ। ਇਹ ਬਾਬਾ ਜੀ ਦੀ ਸਾਧ ਸੰਗਤ ਜੀ ਦਿਆਲਤ ਹੈ। ਵੇਖੋ 12 ਵੱਜ ਗਏ ਹੈ ਤੇ ਸਾਰੇ ਜੱਥਿਆਂ ਨੂੰ ਨਾ ਕਾਹਲੀ ਹੁੰਦੀ ਹੈ ਵੀ ਮੈਂ ਪਹਿਲਾਂ ਕਰ ਲਾਂ, ਅਸੀਂ ਪਹਿਲਾਂ ਸਮਾਂ ਲਾ ਲਈਏ ਤਾਂ ਕਿ ਸੰਗਤ ਬੈਠੀ ਹੈ ਤੇ ਹੁਣ ਮੌਕਾ ਹੈ ਤੇ ਅਸੀਂ ਸਮਾਂ ਲਾ ਲਈਏ। ਪਰ ਮਹਾਂਪੁਰਖ ਦਿਆਲੂ ਹੁੰਦੇ ਹੈ, ਮਰਿਆਦਾ ਪੁਰਸ਼ੋਤਮ ਹੁੰਦੇ ਹੈ, ਉਹਨਾਂ ਦੇ ਜੀਵਨ ਵਿੱਚ ਸਹਿਜ ਹੁੰਦਾ ਹੈ। ਤੇ ਬਾਬਾ ਜੀ ਸਾਰਿਆਂ ਨੂੰ ਲਾ ਕੇ ਹੁਣ ਆਪ ਵੇਖੋ ਸਾਰਾ ਸਮਾਂ 12 ਹੀ ਵੱਜ ਗਏ ਆ ਤੇ ਹੁਣ ਬਾਬਾ ਜੀ ਨੇ ਆਪ ਜੀ ਨੂੰ ਗੁਰਬਾਣੀ ਜੀ ਦਾ ਕੀਰਤਨ ਸਰਵਣ ਕਰਾਵਣਾ। ਬੜੇ ਪਿਆਰ ਦੇ ਨਾਲ ਆਪਾਂ ਸਰਵਣ ਕਰਨਾ। ਬੋਲਦਿਆਂ ਬੜੀਆਂ ਹੀ ਭੁੱਲਾਂ ਹੋਈਆਂ ਨੇ। ਆਪ ਜੀ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਬਾਬਾ ਜੀ, ਆਪ ਸਮੂਹ ਸੰਗਤਾਂ ਭੁੱਲਾਂ ਦੀ ਮਾਫੀ ਬਖਸ਼ਿਸ਼ ਕਰਿਓ। ਪ੍ਰੇਮ ਨਾਲ ਗੱਜ ਕੇ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।